ਦਾ ਐਂਡ ਇਸ ਕਿਊਬ ਦੇ ਵਿੱਚ ਅਗਰ ਹਰ ਇੱਕ ਸਾਈਡ ਦੇ ਉੱਪਰ ਤੁਹਾਡਾ ਜੋ ਕਰੰਟ ਹੈ ਜੀ ਉਹ ਇਸ ਤਰ੍ਹਾਂ ਐਂਟਰ ਹੋ ਰਿਹਾ ਹੈ, ਇਸ ਡਾਇਰੈਕਸ਼ਨ ਦੇ ਵਿੱਚ ਲੀਵ ਹੋ ਰਿਹਾ ਹੈ ਐਂਡ ਕਰੰਟ ਇਸ ਤਰ੍ਹਾਂ ਫਲੋ ਕਰਦਾ ਕਰਦਾ ਉਸ ਤੋਂ ਬਾਅਦ ਜੀ ਸੋ ਤੁਹਾਡੀ ਇਸ डायरेक्शन दे विच आ रहा है जी। Then मेरा क्वेश्चन ये है थोड़े लिए what is the magnetic field at the center of your current carrying this cube जी। So इस current carrying cube दे so तुसी center दे ऊपर बेटा net magnetic field जड़ा हैगा वो calculate करना है। So this is your target to find out the magnetic field at the center of this current carrying cube जी। हाँ जी क्या लग रहा है जी? आजा कोई नहीं आजा मेरे इधर आजो शाबाश शाबाश सोचो। फर्स्ट क्वेश्चन जो सेकंड एप्लीकेशंस दे रिलेटेड है जी तो फर्स्ट क्वेश्चन दे विच ही ये है different answers are in very good। बाबा दोपहर शाम तक आऊंगे ना। ओके ठीक है जी चलिए। सो जो आंसर आ रहे ने जी सो एक दो स्टूडेंट्स ने खुशी ने आंसर 0 सेंड किया, जशन ने ते राजन ने तीन बच्चों ने 0 आंसर सेंड किया है जी एंड बाकी स्टूडेंट्स दे ले जी सो इसका आंसर बेटा जी 0 देखो किस तरह आ रहा है जी। सो मैं पहला भी क्या है कल के लैक्चरस दे विच भी तुहाडे नाल यही पॉइंट जिहड़े हैगे सी वो शेयर कीते सी जी भी इन क्वेश्चंस दे विच बस ये चीज़ जिहड़ी हैगी वो ध्यान नाल दिमाग दे च रखनी है भी ठीक है। करंट इस वायर दे विचों एंटर होया, इस वायर दे विचों करंट लीव कर रहा है, उस तो बाद नंबर ऑफ वायर्स दे विच जो करंट दी डिवीजन है वो तुहाडे सामने है। ਜਾਂ ਤਾਂ ਤੁਸੀਂ ਇਸ ਕੁਐਸਚਨ ਨੂੰ ਥੋੜਾ ਇਸ ਵੇ ਨਾਲ ਦੇਖ ਸਕਦੇ ਹੋ ਵੀ ਇਹਨਾਂ ਵਾਇਰਸ ਦੇ ਕਰਕੇ ਬਿਕੋਜ਼ ਅਗਰ ਆਪਾਂ ਕਿਊਬ ਨੂੰ ਦੋ ਇਕੁਅਲ ਪਾਰਟ ਦੇ ਵਿੱਚ ਡਿਵਾਈਡ ਕਰ ਲਈਏ ਤਾਂ ਫਿਰ ਕਿਊਬ ਨੂੰ ਦੋ ਇਕੁਅਲ ਪਾਰਟ ਦੇ ਵਿੱਚ ਡਿਵਾਈਡ ਕਰਨ ਤੋਂ ਬਾਅਦ ਜੀ ਸੋ ਫਾਈਨਲੀ ਤੁਹਾਡਾ ਕਨਸੈਪਟ ਇਹ ਹੋਏਗਾ ਵੀ ਜਿੰਨਾ ਮੈਗਨੈਟਿਕ ਫੀਲਡ ਤੁਹਾਡਾ ਕਿਊਬ ਦੇ ਲੈਫਟ ਹੈਂਡ ਸਾਈਡ ਦੀਆਂ ਵਾਇਰਸ ਦੇ ਕਰਕੇ ਬਣ ਰਿਹਾ ਹੈ ਦੈਨ ਉਨਾ ਹੀ ਮੈਗਨੈਟਿਕ ਫੀਲਡ ਬੇਟਾ ਸੋ ਤੁਹਾਡੇ ਕਿਊਬ ਦੇ ਰਾਈਟ ਹੈਂਡ ਸਾਈਡ ਦੀਆਂ ਜੋ ਵਾਇਰਸ ਨੇ ਉਸ ਦੇ ਕਰਕੇ ਬਣੇਗਾ ਐਂਡ ਇਹ ਦੋਨੋਂ ਮੈਗਨੈਟਿਕ ਫੀਲਡ ਇਕੁਅਲ ਹੋਣਗੇ ਤੇ ਆਪੋਜ਼ਿਟ ਹੋਣਗੇ बिकॉज एक मैग्नेटिक फील्ड की जो डायरेक्शन है जी वो थोड़ी अगर ये होएगी तो फिर सेकंड मैग्नेटिक फील्ड की जो डायरेक्शन है जी वो इस केस दे विच सो थोड़ी इस तरह होएगी जी। सो इट मींस दोनों मैग्नेटिक फील्ड इक्वल होंगे एंड ऑपोजिट होंगे जिसके करके नेट मैग्नेटिक फील्ड थोड़ा इस केस दे विच 0 ਦੇ ਇਕੁਅਲ ਆ ਜਾਏਗਾ। ठीक है जी ਜਾਂ ਫਿਰ ਤੁਸੀਂ ਇਹ ਦੇਖ ਸਕਦੇ ਹੋ ਬੇਟਾ ਜੀ ਵੀ ਅਗਰ ਤੁਹਾਡਾ ਕਰੰਟ ਇਸ ਆਰਮ ਦੇ ਵਿੱਚੋਂ ਐਂਟਰ ਹੋ ਰਿਹਾ ਹੈ ਤੇ ਇਸ ਆਰਮ ਦੇ ਵਿੱਚੋਂ ਤੁਹਾਡਾ ਕਰੰਟ ਲੀਵ ਕਰ ਰਿਹਾ ਹੈ ਤਾਂ ਫਿਰ ਅਗਰ ਤੁਸੀਂ ਇਸ ਕੇਸ ਦੇ ਵਿੱਚ ਇਸ ਕਿਊਬ ਦੇ ਸੈਂਟਰ ਦੇ ਉੱਪਰ ਮੈਗਨੈਟਿਕ ਫੀਲਡ ਫਾਈਂਡ ਆਊਟ ਕਰਨਾ ਚਾਹੁੰਦੇ ਸੀ ਤਾਂ ਫਿਰ ਇਸ ਕੇਸ ਦੇ ਵਿੱਚ ਸੋ ਜੋ ਤੁਹਾਡਾ ਆਬਜ਼ਰਵੇਸ਼ਨ ਪੁਆਇੰਟ ਹੈ ਜੋ ਤੁਹਾਡਾ ਉਹ ਪੁਆਇੰਟ ਹੈ ਇਹ ਪੁਆਇੰਟ ਤੁਹਾਡਾ ਕਰੰਟ ਕੈਰਿੰਗ ਵਾਇਰ ਦੀ ਐਕਸਿਸ ਦੇ ਉੱਪਰ ਲਾਈ ਕਰ ਰਿਹਾ ਹੈ ਜੀ एंड अगर ਤੁਹਾਡਾ ऑब्जर्वेशन पॉइंट ਤੁਹਾਡੀ करंट कैरिंग वायर ਦੀ एक्सिस ਦੇ ਉੱਪਰ ਲਾਈਕ ਕਰ ਰਿਹਾ ਹੈ ਤਾਂ ਫਿਰ ਮੈਂ ਤੁਹਾਨੂੰ ਆਲਰੇਡੀ ਦੱਸਿਆ ਹੋਇਆ ਹੈ ਜੀ ਆਪਣੀ ਸੈਕੰਡ ਐਪਲੀਕੇਸ਼ਨ ਦੇ ਵਿੱਚ ਵੀ ਅਗਰ ਤੁਹਾਡਾ ऑब्जर्वेशन पॉइंट ਤੁਹਾਡੀ करंट कैरिंग वायर ਦੀ एक्सिस ਦੇ ਉੱਪਰ ਲਾਈਕ ਕਰੇ ਤਾਂ ਫਿਰ नेट मैग्नेटिक फील्ड ਤੁਹਾਡੀ ऑब्जर्वेशन पॉइंट ਦੇ ਉੱਪਰ ਜੋ ਹੋਏਗਾ ਉਹ ਤੁਹਾਡਾ 0 ਹੋਏਗਾ। ਸੋ ਦਿਸ ਇਜ਼ ਦਾ ਰੀਜ਼ਨ ਸੋ ਜਿਸ ਦੇ ਕਰਕੇ ਤੁਹਾਡਾ ਇਸ ਕੁਐਸਚਨ ਦਾ ਜੋ ਆਨਸਰ ਹੈ ਬੇਟਾ ਜੀ ਉਹ ਆਨਸਰ ਜਿਹੜਾ ਹੈਗਾ ਉਹ ਦੋ ਡਿਫਰੈਂਟ ਰੀਜ਼ਨ ਦੇ ਨਾਲ ਤੁਹਾਨੂੰ ਸਮਝ ਆਉਣਾ ਚਾਹੀਦਾ ਹੈ ਜਾਂ ਤਾਂ ਫਿਰ ਤੁਸੀਂ ਇਸ ਕੁਐਸਚਨ ਨੂੰ
ਇਸ ਵੇ ਨਾਲ ਦੇਖ ਲਓ ਵੀ ਜਦੋਂ ਤੁਸੀਂ ਇਸ ਕਿਊਬ ਨੂੰ ਦੋ ਇਕੁਅਲ ਪਾਰਟ ਵਿੱਚ ਡਿਵਾਈਡ ਕਰੋਗੇ ਤਾਂ ਜਿੰਨਾ ਮੈਗਨੈਟਿਕ ਫੀਲਡ ਬੇਟਾ ਤੁਹਾਡਾ ਲੈਫਟ ਹੈਂਡ ਸਾਈਡ ਦੀਆਂ ਵਾਇਰਸ ਦੇ ਕਰਕੇ ਆਏਗਾ ਉਨਾ ਹੀ ਮੈਗਨੈਟਿਕ ਫੀਲਡ ਤੁਹਾਡਾ ਕਿਊਬ ਦੀਆਂ ਰਾਈਟ ਹੈਂਡ ਸਾਈਡ ਦੀਆਂ ਵਾਇਰਸ ਦੇ ਕਰਕੇ ਆਏਗਾ ਤੇ ਇਹ ਮੈਗਨੈਟਿਕ ਫੀਲਡ ਇਕੁਅਲ ਤੇ ਆਪੋਜ਼ਿਟ ਹੋਏਗਾ ਜਿਸ ਦੇ ਕਰਕੇ ਨੈਟ ਮੈਗਨੈਟਿਕ ਫੀਲਡ ਸੈਂਟਰ ਦੇ ਉੱਪਰ ਜ਼ੀਰੋ ਹੋ ਜਾਏਗਾ। ਇਹ ਫਿਰ ਵੀ ਥੋੜਾ ਲੈਂਥੀ ਸੋਲੂਸ਼ਨ ਹੈਗਾ ਸੀ। ਈਜ਼ੀ ਸੋਲੂਸ਼ਨ ਕਿਆ ਹੈ ਵੀ ਤੁਹਾਡਾ ਆਬਜ਼ਰਵੇਸ਼ਨ ਪੁਆਇੰਟ ਤੁਹਾਡੀ ਕਰੰਟ ਕੈਰਿੰਗ ਵਾਇਰ ਦੇ ਐਕਸਿਸ ਦੇ ਉੱਪਰ ਲਾਈ ਕਰਦਾ ਹੈ ਐਂਡ ਅਗਰ ਤੁਹਾਡਾ ਆਬਜ਼ਰਵੇਸ਼ਨ ਪੁਆਇੰਟ ਤੁਹਾਡੀ ਕਰੰਟ ਕੈਰਿੰਗ ਵਾਇਰ ਦੀ ਐਕਸਿਸ ਦੇ ਉੱਪਰ ਲਾਈ ਕਰੇ ਤਾਂ ਫਿਰ ਇਸ ਕੇਸ ਦੇ ਵਿੱਚ ਜੋ ਨੈਟ ਮੈਗਨੈਟਿਕ ਫੀਲਡ ਹੋਏਗਾ ਉਹ ਹਮੇਸ਼ਾ ਤੁਹਾਡਾ ਜ਼ੀਰੋ ਦੇ ਇਕੁਅਲ ਹੋਏਗਾ। ਸੋ ਉਮੀਦ ਕਰਦਾ ਮੇਰੇ ਸਟੂਡੈਂਟ ਨੂੰ ਅੱਜ ਦੇ ਲੈਕਚਰਸ ਦਾ ਜੋ ਫਸਟ ਕੁਐਸਚਨ ਹੈ ਜੇ ਜ਼ਰੂਰ ਕਲੀਅਰ ਹੋ ਗਿਆ ਹੋਏਗਾ। ਇਸ ਤੋਂ ਪਹਿਲਾਂ ਮੈਂ ਨੈਕਸਟ ਕੁਐਸਚਨ ਵੱਲ ਮੂਵ ਕਰਾਂ ਉਸ ਤੋਂ ਪਹਿਲਾਂ ਕੋਈ ਡਾਊਟ ਰਹਿ ਗਿਆ ਹੋਵੇ ਬੇਟਾ ਜੀ in this part of your discussion then please पूछिए। नंबर तो आ ही गया। ओके है वेरी गुड चलो जी। सो नेक्स्ट क्वेश्चन ਦੇ ਉੱਪਰ ਆ ਰਹੇ ਹਾਂ ਜੀ ਫਿਰ ਆਪਾਂ ਇੱਕ ਹੋਰ ਇੰਟਰਸਟਿੰਗ ਜਿਹਾ ਕੁਐਸਚਨ ਫਿਰ ਉਸ ਤੋਂ ਬਾਅਦ ਅੱਜ ਦੇ ਲੈਕਚਰ ਦੇ ਵਿੱਚ ਥਰਡ ਐਪਲੀਕੇਸ਼ਨ ਜਿਹੜੀ ਹੈਗੀ ਆ ਉਹ ਸਟਾਰਟ ਕਰਾਂਗੇ ਫਿਰ ਆਪਾਂ ਐਂਡ ਉਸ ਦੇ ਲਈ ਇਹ ਹੈ ਜੀ ਬੇਟਾ ਤੁਹਾਡਾ ਨੈਕਸਟ ਕੁਐਸਚਨ। ਸੋ ਤੁਹਾਡਾ ਨੈਕਸਟ ਕੁਐਸਚਨ ਤੁਹਾਡੀ ਸਕਰੀਨ ਦੇ ਉੱਪਰ ਇੱਕ ਵਾਰੀ ਗੋ ਥਰੂ ਕਰ ਲਿਆ ਕਰੋ ਫਿਰ ਉਸ ਤੋਂ ਬਾਅਦ ਨੈਕਸਟ ਅੱਗੇ ਚੱਲਾ ਕਰਾਂਗੇ। ਸੋ ਕੁਐਸਚਨ ਦੇ ਵਿੱਚ ਤੁਹਾਨੂੰ ਇਹੀ ਕਹਿ ਰਹੇ ਨੇ a closed circuit is in the form of a regular hexagon ਜੀ। ਸੋ ਕੋਈ ਇਸ ਤਰ੍ਹਾਂ ਦੀ hexagon ਹੈ and ਇਸ hexagon ਦੇ ਸੈਂਟਰ ਦੇ ਉੱਪਰ ਤੁਸੀਂ ਮੈਗਨੈਟਿਕ ਫੀਲਡ ਫਾਈਂਡ ਆਊਟ ਕਰਨਾ ਹੈ। a closed circuit is in the form of a regular hexagon whose side is equal to R. If the circuit carries a current IG, suppose ਉਸ ਦੀ ਡਾਇਰੈਕਸ਼ਨ ਆਪਾਂ ਇਹ ਮੰਨ ਲੈਂਦੇ ਆ ਤਾਂ ਅਗਰ ਤੁਹਾਡੇ ਇਸ ਸਰਕਟ ਦੇ ਵਿੱਚ ਜੋ ਕਰੰਟ ਦੀ ਡਾਇਰੈਕਸ਼ਨ ਹੈ ਉਹ I ਦੇ ਇਕੁਅਲ ਹੈ ਤਾਂ ਫਿਰ ਇਸ ਕੇਸ ਦੇ ਵਿੱਚ ਤੁਹਾਡਾ ਟਾਰਗੇਟ ਹੈ ਟੂ ਫਾਈਂਡ ਆਊਟ ਦਾ ਮੈਗਨੈਟਿਕ ਫੀਲਡ ਇੰਡਕਸ਼ਨ। ਦੱਸਿਆ ਸੀ ਨਾ मैग्नेटिक फील्ड होवे मे बी मैग्नेटिक फील्ड स्ट्रेंथ क्या होवे मे बी मैग्नेटिक फील्ड इंडक्शन क्या होवे ओवरऑल मीनिंग क्या है तुसी क्या फाइंड आउट करना है मैग्नेटिक फील्ड फाइंड आउट करना है एंड कितने फाइंड आउट करना है भाई इस रेगुलर हेक्सागन दे सेंटर के ऊपर फाइंड आउट करना है जी। सो दिस इज योर टारगेट जी एंड अगर ये है बेटा जी तो फिर इस केस दे विच जी सो जो ਤੁਹਾਡਾ मैग्नेटिक फील्ड इस केस ਦੇ ਵਿੱਚ ਆ ਰਿਹਾ ਹੈ then ਇਹ मैग्नेटिक फील्ड ਜਿਹੜਾ ਹੈਗਾ ਉਹ ਤੁਹਾਡਾ ਹੁਣ ਆਪਾਂ ਉਹ ਪੁਆਇੰਟ ਦੇ ਉੱਪਰ ਫਾਈਂਡ ਆਊਟ ਕਰਨਾ ਹੈ। ਠੀਕ ਹੈ ਓਕੇ ਕੁਐਸਚਨ ਦੀ ਸਟੇਟਮੈਂਟ ਕਲੀਅਰ। ਚਲਿਏ ਹੁਣ ਇਸ ਦੇ ਲਈ ਆਪਾਂ ਇਸ ਕੇਸ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਇੱਕ ਸਾਈਡ ਦੇ ਕਰਕੇ ਜੋ मैग्नेटिक फील्ड ਹੈ ਉਹ ਫਾਈਂਡ ਆਊਟ ਕਰਦੇ ਹਾਂ। ਪਹਿਲਾਂ ਤਾਂ ਇੱਕ ਸਾਈਡ ਦੇ ਉੱਪਰ ਫੋਕਸ ਕਰਦੇ ਹਾਂ ਫਿਰ ਉਸ ਤੋਂ ਬਾਅਦ ਜੋ ਮੈਗਨੈਟਿਕ ਫੀਲਡ ਇੱਕ ਸਾਈਡ ਦੇ ਕਰਕੇ ਆ ਗਿਆ ਦੈਨ ਉਸ ਸਾਈਡ ਦੇ ਮੈਗਨੈਟਿਕ ਫੀਲਡ ਨੂੰ ਓਵਰਆਲ 6 ਦੇ ਨਾਲ ਮਲਟੀਪਲਾਈ ਕਰ ਦਾਂਗੇ। ਹਾਂ ਮੈਨੂੰ ਲੱਗਦਾ ਹੈ ਯਾਦ ਆ ਗਏ ਹੋਣਗੇ ਕੁਐਸਚਨ। ਇੱਕ ਸਕੁਅਰ ਵਾਲਾ ਕੁਐਸਚਨ ਕਰ ਚੁੱਕੇ ਹਾਂ ਆਪਾਂ ਜਿਸ ਦੇ ਸੈਂਟਰ ਦੇ ਉੱਪਰ ਮੈਗਨੈਟਿਕ ਫੀਲਡ ਫਾਈਂਡ ਆਊਟ ਕੀਤਾ ਸੀ। ਇੱਕ ਇਕੁਏਲੇਟਰ ਟ੍ਰਾਇੰਗਲ ਵਾਲਾ ਬੇਟਾ ਆਪਾਂ ਕੁਐਸਚਨ ਸੋਲਵ ਕਰ ਚੁੱਕੇ ਹਾਂ ਜਿਸ ਦੇ ਸੈਂਟਰ ਦੇ ਉੱਪਰ ਮੈਗਨੈਟਿਕ ਫੀਲਡ ਫਾਈਂਡ ਆਊਟ ਕੀਤਾ ਸੀ ਐਂਡ ਇਸ ਤੋਂ ਬਾਅਦ ਹੁਣ ਹੈਕਸਾਗਨ ਵਾਲੇ ਕੁਐਸਚਨ ਆ ਗਏ। ਇਟ ਮੀਨਸ ਅਗਰ ਇਹ ਆ ਗਏ ਤਾਂ ਹੁਣ ਮੇਰੇ ਸਟੂਡੈਂਟਸ ਨੂੰ ਇਹ ਸਾਰੇ ਦੇ ਸਾਰੇ ਕੁਐਸਚਨ ਟਫ ਨਹੀਂ ਲੱਗਣੇ ਚਾਹੀਦੇ। ਫਿਲਹਾਲ ਅਗਰ ਇਹ ਹੈ ਤਾਂ ਫਿਰ ਇਸ ਕੇਸ ਦੇ ਵਿੱਚ ਆਪਾਂ ਇਸ ਵਾਇਰ ਨੂੰ AB ਵਾਇਰ ਕਹਿ ਦਿੰਦੇ ਆ ਐਂਡ O ਤੋਂ ਲੈ ਕੇ AB ਵਾਇਰ ਦਾ ਜੋ ਡਿਸਟੈਂਸ ਹੈ ਉਹ ਮੇਰਾ R ਹੈ ਐਂਡ ਅਗਰ AB ਵਾਇਰ ਦੀ ਜੋ ਲੈਂਥ ਹੈ ਉਹ ਤੁਹਾਡੀ R ਹੈ ਤਾਂ ਫਿਰ ਇਸ ਕਰੰਟ ਕੈਰਿੰਗ ਸਾਈਡ ਦੇ ਕਰਕੇ ਉਹ ਪੁਆਇੰਟ ਦੇ ਉੱਪਰ ਜੋ ਮੈਗਨੈਟਿਕ ਫੀਲਡ ਹੋਏਗਾ ਉਸ ਨੂੰ ਕੈਲਕੂਲੇਟ ਕਰਨ ਦੇ ਲਈ ਆਪਾਂ ਸੈਕੰਡ ਐਪਲੀਕੇਸ਼ਨ ਆਫ ਵਾਈਟ-ਸਾਈਡਸ ਲਾਅ ਯੂਜ਼ ਕਰਦੇ ਹਾਂ ਜਿਸ ਦਾ ਫਾਰਮੂਲਾ ਤਾਂ ਮੈਨੂੰ ਉਮੀਦ ਹੈ ਹੁਣ ਹਰ ਇੱਕ ਸਟੂਡੈਂਟ ਨੂੰ ਕਲੀਅਰ ਕੱਟ ਯਾਦ ਹੋਏਗਾ। ਅਗਰ ਯਾਦ ਹੈ ਤਾਂ ਫਿਰ ਇਸ ਕੇਸ ਦੇ ਵਿੱਚ ਇਟਸ ਅ ਰੈਗੂਲਰ ਹੈਕਸਾਗਨ एंड अगर ये रेगुलर हेक्सागन है तो फिर ये एंगल ਤੁਹਾਡਾ phi 1 है एंड ये एंगल ਤੁਹਾਡਾ phi 2 है। डेफिनेटली दोनों एंगल सेम होंगे एंड दोनों एंगल ਦੀ वैल्यू किस ਦੇ इक्वल होएगी भाई ये एंगल किस ਦੇ इक्वल होएगा। हाँ इट्स ए रेगुलर हेक्सागन
ਇਟ ਮੀਨਸ ਅਗਰ ਟੋਟਲ ਓਵਰਆਲ ਜੇ 6 ਸਾਈਡ ਜਿਹੜੀਆਂ ਹੈਗੀਆਂ ਨੇ ਉਹ ਪੁਆਇੰਟ ਦੇ ਉੱਪਰ 360 ਡਿਗਰੀ ਦਾ ਐਂਗਲ ਬਣਾਉਣਗੀਆਂ ਤਾਂ ਫਿਰ 360 by 60 ਜਾਂ by 60 360 by ਅਗਰ ਆਪਾਂ 6 ਕਰ ਦਈਏ ਬਿਕੋਜ਼ ਤੁਹਾਡੇ ਹੈਕਸਾਗਨ ਦੀਆਂ ਟੋਟਲ 6 ਸਾਈਡ ਨੇ ਤਾਂ ਫਿਰ ਇੱਕ ਸਾਈਡ ਓਵਰਆਲ ਜੋ ਐਂਗਲ ਸਬਟੈਂਡ ਕਰੇਗੀ ਜੀ ਤੁਹਾਡੇ ਸੈਂਟਰ ਦੇ ਉੱਪਰ ਉਹ 60 ਡਿਗਰੀ ਹੋਏਗਾ ਹੈ ਨਾ ਦਿਸ ਇਜ਼ ਦਾ ਵੇ ਜਿਸ ਦੇ ਨਾਲ ਆਪਣਾ ਪੋਲੀਗਨ ਆਪਣੇ ਪੋਲੀਗਨ ਦੇ ਸੈਂਟਰ ਦੇ ਉੱਪਰ ਟੋਟਲ ਕਿੰਨਾ ਐਂਗਲ ਬਣਾਉਂਦਾ ਹੁੰਦਾ ਹੈ ਉਹ ਆਪਾਂ ਕੈਲਕੂਲੇਟ ਕਰ ਸਕਦੇ ਹਾਂ ਐਂਡ ਅਗਰ ਇਸ ਵੇ ਨਾਲ ਆਪਾਂ ਕੈਲਕੂਲੇਟ ਕਰ ਸਕਦੇ ਹਾਂ ਤਾਂ ਫਿਰ ਤੁਸੀਂ ਔਕਟਾਗਨ ਹੋਵੇ ਮੇਬੀ ਹੈਪਟਾਗਨ ਹੋਵੇ ਤੁਸੀਂ ਡਿਫਰੈਂਟ ਜਿਓਮੈਟ੍ਰੀਕਲ ਫਿਗਰਸ ਦੇ ਇੱਕ ਸਾਈਡ ਦੇ ਕਰਕੇ ਜੋ ਉਸ ਜਿਓਮੈਟ੍ਰੀਕਲ ਫਿਗਰ ਦੇ ਸੈਂਟਰ ਦੇ ਉੱਪਰ ਐਂਗਲ ਬਣਦਾ ਹੈ ਉਹ ਕੈਲਕੂਲੇਟ ਕਰ ਸਕਦੇ ਹੋ ਲਾਈਕ ਇਨ ਦਿਸ ਕੇਸ ਅਗਰ ਇਹ ਹੈ ਆਪਣਾ ਰੈਗੂਲਰ ਹੈਕਸਾਗਨ ਹੈਗਾ ਸੀ ਬੇਟਾ ਤਾਂ ਫਿਰ ਇਸ ਕੇਸ ਦੇ ਵਿੱਚ ਰੈਗੂਲਰ ਹੈਕਸਾਗਨ ਦੇ ਪੁਆਇੰਟ ਆਫ View ਤੋਂ ਉਹ ਪੁਆਇੰਟ ਦੇ ਉੱਪਰ ਜੋ ਇੱਕ ਸਾਈਡ ਐਂਗਲ ਬਣਾਏਗੀ ਉਹ ਐਂਗਲ ਹੋਏਗਾ ਤੁਹਾਡਾ 60 ਡਿਗਰੀ ਜੀ ਐਂਡ ਅਗਰ ਇਹ ਐਂਗਲ 60 ਡਿਗਰੀ ਹੋਏਗਾ ਤਾਂ ਫਿਰ ਇਹ ਐਂਗਲ ਤੁਹਾਡੇ 60 ਦਾ ਹਾਫ ਹੋਏਗਾ अगर 60 ਦਾ ਹਾਫ ਹੋਏਗਾ ਤਾਂ ਇਹ ਐਂਗਲ ਆ ਗਿਆ 30 ਐਂਡ ਇਹ ਐਂਗਲ ਵੀ ਤੁਹਾਡਾ 30 ਆ ਗਿਆ ਇਟ ਮੀਨਸ 5-1 ਮੈਨੂੰ ਪਤਾ ਲੱਗ ਗਿਆ 30 ਹੈ 5-2 ਮੈਨੂੰ ਪਤਾ ਲੱਗ ਗਿਆ 30 ਹੈ ਹੁਣ ਆਪਾਂ r ਦੇ ਉੱਪਰ ਫੋਕਸ ਕਰੀਏ ਹੁਣ r ਦੇ ਉੱਪਰ ਫੋਕਸ ਕਰਨ ਦੇ ਲਈ ਅਗਰ ਮੈਂ ਇਸ ਪੁਆਇੰਟ ਨੂੰ e ਪੁਆਇੰਟ ਕਹਦਾ ਤਾਂ ਫਿਰ ਇਨ ਦਿਸ ਰਾਈਟ ਐਂਗਲ ਟ੍ਰਾਇੰਗਲ in this right angle triangle OB and EG so triangle OB and E ਇਸ OBE right angle triangle ਦੇ ਵਿੱਚ ਅਗਰ ਮੈਂ ਆਪਣੇ ਸਟੂਡੈਂਟਸ ਨੂੰ R upon BE ਪੁੱਛਾਂ because this is here base and this is here perpendicular it means BE upon here BE ਜਾਂ OE upon your BE so OE upon your BE ਜੋ ਹੋਏਗਾ this is our cot theta and ਅਗਰ ਇਹ ਹੈ ਤਾਂ ਫਿਰ ਇਸ ਕੇਸ ਦੇ ਵਿੱਚ ਜੋ ਐਂਗਲ ਬਣ ਗਿਆ ਵੀ ਉਹ ਤੁਹਾਡਾ 30 ਹੈ ਤਾਂ ਫਿਰ ਇਟ ਮੀਨਸ ਇਸ ਕੇਸ ਦੇ ਵਿੱਚ ਜੋ ਤੁਹਾਡਾ ਇਹ ਕਨਸੈਪਟ ਬਣੇਗਾ ਉਹ cot ਬਣੇਗਾ ਠੀਕ ਹੈ ਨਾ ਇਟ ਮੀਨਸ OE upon BE it means base upon perpendicular and base upon perpendicular ਜੋ ਹੋਏਗਾ ਉਹ ਤੁਹਾਡਾ cot ਹੋਏਗਾ